ਪਹਿਲਾਂ ਤਾਂ ਦੇਖੋ ਚਰਚਾਵਾਂ ਦੇ ਵਿਚਾਲੇ ਬੀਜੇਪੀ ਇਸ ਬਾਰੇ ਕੀ ਸੋਚ ਰਹੀ ਹੈ ਉਹ ਸਮਝਣਾ ਚਾਹਾਂਗੇ, ਕਿਉਂਕਿ ਕਮੇਟੀ ਦਾ ਗਠਨ ਤਾਂ ਕਰ ਦਿੱਤਾ ਗਿਆ, ਸਿਰਫ ਚਰਚਾਵਾਂ ਤੱਕ ਗੱਲ ਸੀਮਿਤ ਨਹੀਂ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕਰਨ ਦਾ ਐਲਾਨ ਹੋ ਗਿਆ। ਪੁਆਇੰਟ ਨੰਬਰ 2, ਤੁਹਾਡੇ ਵਿਰੋਧੀਆਂ ਨੂੰ ਲੱਗ ਰਿਹਾ ਹੈ ਕਿ ਸਿਚੁਏਸ਼ਨ ਨੂੰ ਦੇਖ ਕੇ ਜਾਂ ਜਿਹੜੇ ਇਕੱਠੇ ਹੋ ਰਹੇ ਨੇ INDIA ਗਠਜੋੜ ਵਾਲੇ, ਉਹਨਾਂ ਨੂੰ ਦੇਖ ਕੇ ਇੱਕ ਘਬਰਾਹਟ ਹੈ ਬੀਜੇਪੀ ਦੇ ਮਨ ਦੇ ਵਿੱਚ, ਇਸ ਤਰੀਕੇ ਨਾਲ ਇਸ ਵਜ੍ਹਾ ਦੇ ਨਾਲ ਇਹ ਨਵਾਂ ਜਾਂ ਕਹੀਏ ਕਿ ਸਿਸਟਮ ਬਣਾਉਣ ਦੀ ਜਾਂ ਲਾਗੂ ਕਰਨ ਦੀ ਤੁਸੀਂ ਤਿਆਰੀਆਂ ਕਰ ਰਹੇ। ਵੇਖੋ ਅੱਜ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਬੁੜਕ ਕੇ ਗੱਲਾਂ ਕਰਦੇ ਪਏ ਨੇ, ਐ ਤੋੜ ਗੱਲਾਂ ਕਰਦੇ ਪਏ ਨੇ। ਇਹਨਾਂ ਨੂੰ ਪੁੱਛੋ ਵੀ ਜਿਨ੍ਹਾਂ ਨਾਲ ਤੁਸੀਂ ਗਠਬੰਧਨ ਕਰਕੇ ਆਏ ਹੋ, ਜਦੋਂ ਤੁਸੀਂ ਹੋਂਦ 'ਚ ਆਏ ਸੀ ਤੇ ਉਹਨਾਂ ਬਾਰੇ ਤੁਸੀਂ ਕਿਹੜੀ ਸ਼ਬਦਾਵਲੀਆਂ ਵਰਤੀਆਂ ਸੀਗੀਆਂ। ਅੱਜ ਇਹਨਾਂ ਨੇ ਉਹ ਪੰਜਾਬੀ 'ਚ ਇੱਕ ਕਹਾਵਤ ਹੈ ਨਾ ਕਿ ਇੱਕ ਬਸਤੇ ਦੇ ਵਿੱਚ ਸਾਰੀਆਂ ਕਾਪੀਆਂ ਕਿਤਾਬਾਂ ਪਾ ਦੇਈਦੀਆਂ ਨੇ, ਜਿਹੜੀਆਂ ਵਰਤਣ ਵਾਲੀਆਂ ਉਹ ਵੀ, ਜਿਹੜੀ ਨਹੀਂ ਵਰਤਣ ਵਾਲੀਆਂ ਉਹਦੀਆਂ, ਤੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਉਹ ਬਸਤਾ ਕੌਣ ਚੁੱਕਦਾ। ਅੱਜ ਇਸ ਟਾਈਮ ਇਹਨਾਂ I.N.D.I.A ਜੋ ਇਹਨਾਂ ਨੇ ਬਣਾਇਆ, ਇਹਨਾਂ ਦੇ ਹਰ ਅੱਖਰ ਦੇ ਅੱਗੇ ਡਾਟ ਲੱਗਾ, ਯਾਨੀ ਕਿ ਫੁੱਲ ਸਟਾਪ। ਯਾਨੀ ਕਿ ਜਦ ਅੱਖਰ ਨਹੀਂ ਇੱਕ ਦੂਜੇ ਨਾਲ ਮਿਲਦੇ ਤੇ ਪਾਰਟੀਆਂ ਕੀ ਮਿਲਣੀਆਂ ਆਪੋ ਦੇ ਵਿੱਚ ਇਹਨਾਂ ਦੀਆਂ, ਤੁਸੀਂ ਪਹਿਲਾਂ ਵੇਖ ਲਓ। ਔਰ ਦੂਜੀ ਗੱਲ, ਇਹ ਕਿਹੜੀ ਗੱਲ ਕਰਦੇ ਪਏ ਨੇ ਆਮ ਆਦਮੀ ਪਾਰਟੀ ਵਾਲੇ ਕਿ ਇਹਨਾਂ ਨੇ ਅਖਿਲੇਸ਼ ਯਾਦਵ ਵੱਲੋਂ ਕਿਹੜੇ ਸੁਨਹਿਰੇ ਅੱਖਰ ਬੋਲੇ ਸੀਗੇ। ਨਾਮ ਕਿਹਨੇ ਦਿੱਤਾ ਸੀਗਾ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਰਾਹੁਲ ਗਾਂਧੀ ਜੀ ਵਾਸਤੇ, ਉਹ ਨਾਮਕਰਨ ਕਿਹਨਾਂ ਨੇ ਕੀਤਾ ਸੀਗਾ। ਉਹ ਇਹਨਾਂ ਨੇ ਸੁਰੇਨ ਸਾਹਿਬ ਵਾਸਤੇ ਕਿਹੜੇ ਸ਼ਬਦ ਬੋਲੇ ਸੀ, ਹੋਰ ਤੇ ਹੋਰ ਲਾਲੂ ਯਾਦਵ ਵੱਲੋਂ ਕੀ ਬੋਲੇ ਸੀ। ਮੈਂ ਉਸ ਗੱਲ ਤੇ ਆ ਰਿਹਾ ਕਿਉਂਕਿ ਇਹਨਾਂ ਨੇ ਗੱਲ ਕਰ ਦਿੱਤੀ। ਮੈਂ ਅੱਜ ਹਰਮਨ ਪਿਆਰੇ ਨੇਤਾ ਹਿੰਦੁਸਤਾਨ ਦੇ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਯੁੱਗ ਪੁਰਸ਼ ਦੇ ਨਾਮ ਦੇ ਨਾਲ ਅਖਵਾਉਣ ਵਾਲੇ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ। ਸਵਾਗਤ ਹੋਣਾ ਚਾਹੀਦਾ। ਅੱਜ ਗੱਲ ਇੱਥੇ ਰਾਜਨੀਤੀ ਦੀ ਨਹੀਂ ਹੈ। ਪਹਿਲਾਂ ਵੀ ਕਿਸੇ ਟਾਈਮ ਇੰਦਰਾ ਗਾਂਧੀ ਦੇ ਵੇਲੇ ਕਾਂਗਰਸ ਨੇ ਵੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹਨਾਂ ਦਾ ਉਸ ਟਾਈਮ ਕੁਝ ਹੋਰ ਨਜ਼ਰੀਆ ਸੀਗਾ, ਉਹ ਗੱਲ ਸਿਰੇ ਨਹੀਂ ਸੀ ਚੜ੍ਹ ਪਾਈ। ਇਤਿਹਾਸ ਖੋਲ ਲਿਓ, ਮੇਰਾ ਇਤਿਹਾਸ ਗਲਤ ਨਹੀਂ ਹੋਏਗਾ। ਹੁਣ ਇਹਨਾਂ ਨੇ ਗੱਲ ਕੀਤੀ ਆ ਕਿ ਨਹੀਂ ਹੋਣਾ ਚਾਹੀਦਾ। ਸਾਰਾ ਟਾਈਮ 5 ਸਾਲ ਦਾ ਤੁਸੀਂ ਕੈਲਕੂਲੇਟ ਕਰ ਲਓ ਜੀ। ਹਿੰਦੁਸਤਾਨ ਦੇ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਕੋਈ ਨਾ ਕੋਈ ਇਲੈਕਸ਼ਨ ਚੱਲਦੀ ਹੈ। ਬਿਲਕੁਲ, ਯਾਨੀ ਕਿ ਜਿਹੜੀ ਮਸ਼ੀਨਰੀ ਲੋਕਾਂ ਦੇ ਵਿਕਾਸ ਵਾਸਤੇ, ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰਨ ਵਾਸਤੇ, ਉਹਨਾਂ ਤੱਕ ਅਪਰੋਚ ਕਰਨ ਵਾਸਤੇ ਵਰਤਣੀ ਚਾਹੀਦੀ ਸੀਗੀ, ਉਹ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇਲੈਕਸ਼ਨ ਕਰਾਉਣ ਤੱਕ ਸੀਮਿਤ ਰਹਿੰਦੇ ਨੇ। ਫਿਰ ਤੁਸੀਂ ਦੇਖੋ ਕਿ ਕਿੰਨਾ ਆਦਾਨ ਪ੍ਰਦਾਨ ਹੁੰਦਾ ਵਾ ਪੈਰਾਮਿਲਟਰੀ ਫੋਰਸਿਸ ਦਾ, ਦੂਜੀਆਂ ਫੋਰਸਿਸ ਦਾ, ਇੱਕ ਸਟੇਟ ਤੋਂ ਦੂਜੀ ਥਾਂ ਜਾਂਦੇ। ਹਾਂ, ਚੁਣੌਤੀਆਂ ਹੈਗੀਆਂ ਨੇ, ਅਸੀਂ ਇਹ ਨਹੀਂ ਕਹਿੰਦੇ ਚੁਣੌਤੀਆਂ ਨਹੀਂ ਹੈਗੀਆਂ, ਪਰ ਅਸੀਂ ਚੁਣੌਤੀਆਂ ਨੂੰ ਪਾਰ ਕਰਕੇ ਚੁਣੌਤੀਆਂ ਦਾ ਹੱਲ ਕੱਢਣ ਵਾਸਤੇ ਅਸੀਂ ਲੋਕ ਇੱਥੇ ਬੈਠੇ ਹਾਂ। ਔਰ ਮੈਂ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕਰਦਾ ਕਿ ਪਹਿਲੋਂ ਤੇ ਪੂਰੇ ਹਿੰਦੁਸਤਾਨ ਨੂੰ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ। ਕਿਉਂ? ਤੁਸੀਂ ਇੱਕ ਦੋ ਪੁਆਇੰਟ ਦੱਸ ਦਿਓ ਨਾ। ਸਵਾਗਤ ਸਭ ਤੋਂ, ਦੇਖੋ ਸਵਾਗਤ ਸਭ ਤੋਂ ਪਹਿਲਾਂ ਤੇ ਇਹ ਆ, ਮੈਂ ਜੋਸ਼ੀ ਜੀ ਵਿਚਾਲੇ ਨਹੀਂ ਰੋਕ ਰਿਹਾ, ਪਰ ਦੇਖੋ ਮੈਂ ਐਡ ਕਰ ਦਵਾਂ ਕਿਉਂਕਿ ਖੜਿਆਲ ਸਾਹਿਬ ਔਰ ਟਾਂਡਾ ਸਾਹਿਬ ਵੇਟ ਕਰ ਰਹੇ ਨੇ, ਤੁਸੀਂ ਛੋਟਾ ਜਿਹਾ ਰਿਐਕਸ਼ਨ ਜ਼ਰੂਰ ਦਿਓ। ਲੋਕ ਇਹ ਸਮਝਣਾ ਚਾਹ ਰਹੇ ਨੇ ਕਿ ਜੇਕਰ ਪੰਜਾਬ ਦਾ ਹੀ ਮੈਂ ਲਵਾਂ ਜਾਂ ਕਿਸੇ ਵੀ ਸਟੇਟ ਦਾ ਲਵਾਂ ਕਿ ਜਿੱਥੇ ਇਲੈਕਸ਼ਨ ਵਿਚਾਲੇ ਕਰਵਾਉਣੇ ਪੈ ਗਏ, ਜਾਂ ਜਿੱਥੇ ਸਰਕਾਰ ਬਣਨ ਤੋਂ 1 ਸਾਲ ਬਾਅਦ ਉੱਥੇ ਸਰਕਾਰ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੋਇਆ, ਫਿਰ ਉਸ ਸਥਿਤੀ 'ਚ ਆਪਾਂ ਕੀ ਕਰਾਂਗੇ? ਉਹ 5 ਸਾਲ ਦੇ ਬਾਕੀ 4 ਸਾਲ ਜਿਹੜੇ ਹੋਣਗੇ ਰਾਸ਼ਟਰਪਤੀ ਸ਼ਾਸਨ ਲੱਗਿਆ ਰਹੇਗਾ। ਦੇਖੋ, ਪੋਲਿਟਿਕਸ ਮੀਨਸ ਹਾਊ ਟੂ ਇਨਕਰੀਜ਼ ਦਾ ਸਟੇਟਸ ਆਫ ਪੀਪਲ। ਔਰ ਪੋਲੀਟੀਸ਼ੀਅਨ ਕੌਣ ਹੁੰਦੇ ਨੇ? ਜਿਹੜੇ ਕਿ ਆਉਣ ਵਾਲੇ ਸਮੇਂ ਵਾਸਤੇ, ਲੋਕਾਂ ਵਾਸਤੇ, ਆਉਣ ਵਾਲੀ ਜਨਰੇਸ਼ਨ ਵਾਸਤੇ ਕੀਤੇ ਕੰਮ ਨੂੰ ਛੱਡ ਕੇ ਜਾਣੋ, ਸਿੱਟਾ ਨਜ਼ਰ ਆਵੇ। ਆ ਜਿਹੜੀਆਂ ਸੜਕਾਂ ਬਣਦੀਆਂ ਪਈਆਂ ਨੇ, ਕਈਆਂ ਦੇ ਹੁਣ ਸ਼ੁਰੂ ਹੋਈਆਂ ਨੇ, ਕਈਆਂ ਨੇ ਇਸ ਦੌਰਾਨ ਹੀ ਆਪਣੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਕਈਆਂ ਦੀ। ਕਈ ਲੋਕ ਉਹਨੂੰ ਦੇਖ ਨਹੀਂ ਪਾਉਂਦੇ, ਬਜ਼ੁਰਗ ਹੋ ਜਾਂਦੇ, ਦੂਸਰੇ ਚਲ ਜਾਂਦੇ ਨੇ। ਲੇਕਿਨ ਇਹ ਜਿਹੜੀ ਡਿਵੈਲਪਮੈਂਟ ਕਿਹਦੇ ਵਾਸਤੇ ਹੋ ਰਹੀ ਆ? ਆਉਣ ਵਾਲੀ ਜਨਰੇਸ਼ਨ ਵਾਸਤੇ। ਠੀਕ ਹੈ, ਇਹ ਵੀ ਜਿਹੜਾ ਕਾਨੂੰਨ ਬਣਦਾ ਪਿਆ ਨਾ, ਇਹ ਆਉਣ ਵਾਲੀ ਜਨਰੇਸ਼ਨ ਵਾਸਤੇ ਹੀ ਆ। ਹੁਣ ਇਹ ਕਹਿੰਦੇ ਪਏ ਨੇ ਕਿ ਕਿਉਂਕਿ ਇਹਨਾਂ ਨੂੰ, ਆਮ ਆਦਮੀ ਪਾਰਟੀ ਨੂੰ ਪ੍ਰੋਬਲਮ ਪਤਾ ਕੀ ਆ? ਆਮ ਆਦਮੀ ਪਾਰਟੀ ਨੂੰ ਪ੍ਰੋਬਲਮ ਇਹ ਆ, ਜੇ ਇੱਕ ਟਾਈਮ ਦੇ ਉੱਤੇ ਪੂਰੇ ਮੁਲਕ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਇਲੈਕਸ਼ਨਾਂ ਹੋ ਗਈਆਂ ਤੇ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਆਪਣਾ ਉਡਨ ਖਟੋਲਾ ਲੈ ਕੇ ਕੇਜਰੀਵਾਲ ਸਾਹਿਬ ਨੂੰ ਲੈ ਕੇ ਕਿੱਥੇ ਫਿਰਨਗੇ? ਠੀਕ ਹੈ, ਪ੍ਰੋਬਲਮ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਨੂੰ ਇਹ ਆ। ਹੋਰ ਇਦਾਂ ਦੀ ਗੱਲ ਕੋਈ ਨਹੀਂ। ਦੂਸਰੀ ਗੱਲ ਆ, ਖਰਚਾ ਘੱਟ ਹੁੰਦਾ ਵਾ ਇਹਦੇ ਵਿੱਚ। ਠੀਕ ਆ, EVM ਮਸ਼ੀਨਾਂ ਦਾ ਜ਼ਿਕਰ ਕੀਤਾ, ਲੋਕਾਂ ਦੇ ਵਿਚਾਰ ਵੀ ਆਏ ਨੇ, ਸੁਝਾਅ ਵੀ ਆਏ ਨੇ, ਔਰ ਇਹ ਚੁਣੌਤੀਆਂ ਨੇ। ਚੁਣੌਤੀਆਂ ਹਰ ਮੁਲਕ ਨੂੰ, ਹਰ ਪ੍ਰਸ਼ਾਸਨ ਨੂੰ ਆਉਂਦੀਆਂ, ਚੁਣੌਤੀਆਂ ਤੋਂ ਭੱਜਦੇ ਨਹੀਂ ਆ। ਕਿੰਨਾ ਜ਼ਿਆਦਾ ਖਰਚਾ ਹੁੰਦਾ ਇਲੈਕਸ਼ਨਸ ਦੇ ਵਿੱਚ, ਕਿੰਨੇ TADA ਪੈਂਦੇ ਨੇ ਸਰਕਾਰੀ ਅਧਿਕਾਰੀਆਂ ਦੇ। ਹਿਮਾਚਲ ਪ੍ਰਦੇਸ਼ ਦਾ IAS ਆਫੀਸਰ ਗੁਜਰਾਤ ਦੇ ਵਿੱਚ ਜਾਂ ਮਹਾਰਾਸ਼ਟਰ ਵਿੱਚ ਇਲੈਕਸ਼ਨ ਕਰਨ ਜਾਂਦਾ ਵਾ ਜਾਂ ਕਰਾਉਣ ਜਾਂਦਾ ਵਾ, ਮੰਨ ਲਓ ਅਲੱਗ-ਅਲੱਗ ਸਟੇਟਸ ਦੇ ਵਿੱਚ ਉਹਨਾਂ ਨੂੰ ਭੇਜ ਦਿੰਦੇ ਨੇ। ਠੀਕ ਹੈ ਨਾ? ਔਰ ਉਹਨਾਂ ਦੇ TADA, ਜਹਾਜ਼ ਦੀਆਂ ਟਿਕਟਾਂ, ਦੂਜੀਆਂ ਤੀਜੀਆਂ। ਸਰ, ਇਹ ਚੀਜ਼ਾਂ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਕਿਉਂਕਿ ਇਹ ਵਿਰੋਧ 'ਚ ਬੈਠੇ ਨੇ, ਕਿਉਂਕਿ ਇਹਨਾਂ ਨੂੰ ਆਪਣਾ ਅਕਸ ਖਤਮ ਹੁੰਦਾ ਨਜ਼ਰ ਆ ਰਿਹਾ। ਜਿਸ I.N.D
p.i.a ਦੇ ਗਠਬੰਧਨ ਦੇ ਵਿੱਚ ਇਹ ਬੈਠੇ ਨੇ, ਇਹ ਇਸ ਟਾਈਮ ਸਿਰਫ ਸੱਤਾ ਦਾ ਲਾਲਚ ਵਾਸਤੇ ਬੈਠੇ ਆ। ਨਹੀਂ ਤੇ ਤੁਸੀਂ 5-6 ਸਾਲ ਪੁਰਾਣੀਆਂ ਇਹਨਾਂ ਦੀਆਂ ਸਟੇਟਮੈਂਟਸ ਪੜ੍ਹ ਲਓ, ਇਹਨਾਂ ਦੀ ਸਟੇਟਮੈਂਟਸ ਤੁਸੀਂ ਦੇਖ ਲਓ। ਹਾਂਜੀ, ਇਹਨਾਂ ਦੀਆਂ ਸਟੇਟਮੈਂਟਸ ਦੇਖ ਲਓ। ਜੋ ਮੈਂ ਗੰਦ ਤਾਂ ਕਹਿਣ ਡਿਆ ਵਾਂ ਕਿਉਂਕਿ ਗੰਦਗੀ ਵਾਲੇ ਸ਼ਬਦ ਵਰਤੇ ਨੇ ਇਹਨਾਂ ਨੇ ਐਸੇ ਸ਼ਬਦ ਵਰਤੇ ਨੇ ਉਹਨਾਂ ਵਾਸਤੇ, ਮੈਂ ਕਹਿ ਨਹੀਂ ਸਕਦਾ ਕੈਸੀ ਇਹਨਾਂ ਨੇ ਉਹ ਚੀਜ਼ਾਂ ਵਰਤੀਆਂ ਨੇ ਉਹਨਾਂ ਵਾਸਤੇ। ਥੋੜੇ ਇੰਤਜ਼ਾਰ ਕਰੋ, ਤੁਹਾਡੀ ਗੱਲ ਆ ਗਈ ਹੈ। ਸ਼ਬਦਾਂ ਦੇ ਵਿੱਚ ਕਿਸੇ ਤਰ੍ਹਾਂ ਤੁਹਾਨੂੰ ਕੋਤਾਹੀ ਨਜ਼ਰ ਆਈ ਤੇ ਮੈਂ ਮਾਫੀ ਮੰਗਾਂਗਾ, ਪਰ ਜੋ ਸ਼ਬਦਾਂ ਦੀ ਵਰਤੋਂ ਇਹਨਾਂ ਨੇ ਇੱਕ ਦੂਜਿਆਂ ਵਾਸਤੇ ਕੀਤੀ, ਅੱਜ ਇਕੱਠੇ ਹੋ ਕੇ ਕਿਹਦੇ ਖਿਲਾਫ ਚੱਲ ਰਹੇ ਨੇ? ਭਾਰਤੀ ਜਨਤਾ ਪਾਰਟੀ ਖਿਲਾਫ। ਹਰ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਕੁਝ ਇਸ ਤਰੀਕੇ ਨਾਲ ਹੀ ਨਜ਼ਰ ਆਉਂਦਾ ਹੈ ਕਿ ਜਿਨ੍ਹਾਂ ਨੂੰ ਲੈ ਕੇ ਉਹ ਸਵਾਲ ਚੁੱਕ ਰਹੇ ਸੀ ਉਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਕੋਈ ਪਾਰਟੀ ਇਸ ਤਰੀਕੇ ਨਾਲ ਨਹੀਂ ਕਹਿ ਸਕਦੀ ਕਿ ਬਿਲਕੁਲ ਸਾਡੇ ਵਿੱਚ ਅਜਿਹਾ ਕੋਈ ਲੀਡਰ ਨਹੀਂ ਹੈ। ਸਰ ਭਾਰਤੀ ਜਨਤਾ ਪਾਰਟੀ ਨਹੀਂ ਸਰ, ਬਹੁਤ ਸਭ ਇੱਕ ਫਾਇਦਾ ਡਾਟ ਚਲੋ ਥੋੜੀ ਵੇਟ ਸੰਗੜਾ ਸਾਹਿਬ ਪਲੀਜ਼ ਰਿਕੁਐਸਟ ਹੈ, ਜੋਸ਼ੀ ਜੀ ਪਲੀਜ਼ ਰਿਕੁਐਸਟ ਹੈ। ਮੈਂ ਖੜਿਆਲ ਸਾਹਿਬ ਔਰ ਉਹਨਾਂ ਦਾ ਰੁਕ ਨਹੀਂ ਪਲੀਜ਼ ਇੱਕ ਸੈਕਿੰਡ ਸਰ ਸੰਗੜਾ ਸਾਹਿਬ ਥੋੜਾ ਜਿਹਾ ਵੇਟ ਕਰਿਓ ਸਰ। ਮੈਂ ਉਹੀ ਕਹਿ ਰਿਹਾ ਕਿ ਇੱਕ ਵਾਰੀ ਸਭ ਨੂੰ ਐਡ ਕਰ ਲਈਏ ਜੀ। ਲੌਜੀਕ ਇੱਕ ਦੇ ਲੈਣ ਦਿਓ ਜੀ। ਆਪਣੇ ਆਨਰੇਬਲ ਸੀਐਮ ਤੁਸੀਂ ਜਿਹੜੇ ਤੁਹਾਡੇ ਹੈਗੇ ਨੇ ਅਰਵਿੰਦ ਕੇਜਰੀਵਾਲ ਦੀਆਂ ਸਟੇਟਮੈਂਟਸ ਕੱਢ ਲਓ। ਜੋ ਸ਼ਬਦ ਉਹਨਾਂ ਨੇ ਸਮਾਜਵਾਦੀ ਪਾਰਟੀ ਵਾਸਤੇ ਵਰਤੇ, ਰਾਸ਼ਟਰੀ ਜਨਤਾ ਦਲ ਵਾਸਤੇ ਵਰਤੇ, ਝਾਰਖੰਡ ਮੁਕਤੀ ਮੋਰਚਾ ਵਾਸਤੇ ਵਰਤੇ, ਕਾਂਗਰਸ ਵਾਸਤੇ ਵਰਤੇ, ਤੁਸੀਂ ਉਹ ਸਾਰੇ ਬਿਆਨ ਕੱਢ ਲਓ 7 ਸਾਲ ਪਹਿਲਾਂ। ਠੀਕ ਹੈ, ਮੈਂ ਇੱਕ ਦੇਸ਼ ਦੀ ਚੋਣ ਤੇ ਫੋਕਸ ਕਰ ਰਹੇ ਨਾ ਸਰ, ਆਪਾਂ ਡਿਬੇਟ ਉੱਤੇ ਫੋਕਸ ਕਰ ਰਹੇ ਸਰ। ਪਲੀਜ਼ ਰਿਕੁਐਸਟ ਹੈ ਥੋੜੇ ਨਹੀਂ ਪਲੀਜ਼ ਥੋੜਾ ਜਿਹਾ ਰੁਕਣਾ ਪੈਣਾ ਸਰ, ਥੋੜਾ ਜਿਹਾ ਰੁਕਣਾ ਪੈਣਾ ਪਲੀਜ਼। ਸੰਗੇੜਾ ਸਾਹਿਬ, ਜੋਸ਼ੀ ਜੀ ਰੁਕਣਾ ਪੈਣਾ ਪਲੀਜ਼, ਰਿਕੁਐਸਟ ਹੈ ਪਲੀਜ਼ ਰਿਕੁਐਸਟ ਹੈ ਸਰ, ਰੁਕਣਾ ਪੈਣਾ। ਨਹੀਂ ਫਿਰ ਡਿਬੇਟ ਨਹੀਂ ਹੋਏਗੀ ਨਾ ਇਸ ਤਰੀਕੇ ਨਾਲ। ਖੜਿਆਲ ਸਾਹਿਬ ਮੈਂ ਫੋਕਸ ਰੱਖਾਂਗਾ, ਮੇਰੀ ਰਿਕੁਐਸਟ ਹੈ ਫੋਕਸ ਰੱਖੀਏ ਇੱਕ ਦੇਸ਼ ਇੱਕ ਚੋਣ ਦੇ ਉੱਤੇ, ਪਲੀਜ਼ ਰਿਕੁਐਸਟ ਹੈ ਇਸ ਮੁੱਦੇ ਉੱਤੇ ਫੋਕਸ ਰੱਖੀਏ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਇੱਕ ਦੇਸ਼ ਇੱਕ ਚੋਣ, ਕੀ ਕਾਂਗਰਸ ਇਸ ਦੇ ਪੱਖ ਦੇ ਵਿੱਚ ਹੈ ਜਾਂ ਨਹੀਂ ਹੈ? ਪੁਆਇੰਟ ਨੰਬਰ 2, ਕਿਉਂਕਿ ਚਰਚਾਵਾਂ ਇਹ ਵੀ ਨੇ ਕਿ ਇੱਕ ਸਮੇਂ ਕਾਂਗਰਸ ਨੇ ਵੀ ਇਸ ਦੀ ਮੰਗ ਚੁੱਕੀ ਸੀ। ਪੁਆਇੰਟ ਇਹ ਵੀ ਹੈ ਕਿ 1967 ਤੱਕ ਜਦੋਂ ਦੇਸ਼ ਦੇ ਵਿੱਚ ਕਾਂਗਰਸ ਰੂਲ ਕਰ ਰਹੀ ਸੀ, ਉਸ ਸਮੇਂ ਵੱਖ-ਵੱਖ ਥਾਵਾਂ ਤੇ 52 ਚ 57 ਦੇ ਵਿੱਚ 62 ਦੇ ਵਿੱਚ ਇਲੈਕਸ਼ਨ ਇੱਕੋ ਸਮੇਂ ਹੋਏ ਨੇ ਦੇਸ਼ ਦੇ ਵਿੱਚ 1967 ਤੱਕ। ਖੜਿਆਲ ਸਾਹਿਬ, ਉਦੋਂ ਹਾਲਾਤ ਕੁਝ ਹੋਰ ਸੀ, ਅੱਜ ਹਾਲਾਤ ਕੁਝ ਹੋਰ ਹੈ। ਉਦੋਂ ਸਾਡੀ ਪੋਪੂਲੇਸ਼ਨ ਕੁਝ ਹੋਰ ਸੀ, ਸੂਬਿਆਂ ਦੇ ਨੰਬਰ ਹੋਰ ਸੀ, ਯੂਟੀਜ਼ ਦਾ ਨੰਬਰ ਹੋਰ ਸੀ, ਸਰਕਮਸਟੈਂਸਸ ਹੋਰ ਸੀ। ਅੱਜ ਇੰਟਾਇਰਲੀ ਡਿਫਰੈਂਟ ਹੈ, ਸੋ ਕੰਪੇਅਰ ਨਹੀਂ ਕੀਤਾ ਜਾ ਸਕਦਾ। ਨੰਬਰ 1, ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਇੱਕ ਦੇਸ਼ ਇੱਕ ਇਲੈਕਸ਼ਨ ਹੋਣਾ ਚਾਹੀਦਾ ਹੈ। ਕੱਲ ਨੂੰ ਕਹਿਣਗੇ ਇੱਕ ਦੇਸ਼ ਹੋਵੇ, ਇੱਕ ਪਾਰਟੀ ਹੋਵੇ ਤੇ ਇਲੈਕਸ਼ਨ ਹੀ ਨਾ ਹੋਵੇ। ਇਹ ਬਹੁਤ ਜਲਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਚੀਜ਼ ਤੇ ਵੀ ਆਊਗੀ। ਤੇ ਮੈਂ ਬੀਜੇਪੀ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਹਿੰਦੁਸਤਾਨ ਇੱਕ ਯੂਨਿਟੀ ਇਨ ਡਾਈਵਰਸਿਟੀ ਹੈ। ਤੇ ਹਿੰਦੁਸਤਾਨ ਨਾ ਗੌਰਵ ਜੀ ਇੱਕ ਖੂਬਸੂਰਤ ਫੁੱਲਾਂ ਦਾ ਗੁਲਦਸਤਾ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੁੰਦੀ ਹੈ ਗੁਲਦਸਤਾ ਪਰੇ ਹੋ ਜਾਏ, ਖਤਮ ਹੋ ਜਾਏ ਤੇ ਸਿਰਫ ਔਰ ਸਿਰਫ ਜਿਹੜਾ ਲੋਟਸ ਹੈ, ਕਮਲ ਦਾ ਫੁੱਲ ਹੈ, ਇਹ ਖਿਲ ਜੇ ਪੂਰੇ ਦੇਸ਼ ਦੇ ਵਿੱਚ। ਤਾਂ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਦੀਆਂ ਇਹ ਗੱਲਾਂ ਕਰ ਰਹੇ। ਹੁਣ ਸਵਾਲ ਇਹ ਉੱਠਦਾ ਹੈ ਗੌਰਵ ਜੀ ਕਿ ਲੋਕਤੰਤਰ ਦੇ ਵਿੱਚ ਡਿਸਕਸ਼ਨ ਹੁੰਦੀ ਹੈ, ਡਿਲੀਬਰੇਸ਼ਨ ਹੁੰਦੀ ਹੈ, ਡਿਬੇਟ ਹੁੰਦੀ ਹੈ, ਫੇਰ ਮਨ ਬਣਾਉਂਦੀ ਹੈ ਸਰਕਾਰ। ਲੇਕਿਨ ਇਹਨਾਂ ਨੇ ਕੀ ਕੀਤਾ, ਮਨ ਬਣਾ ਲਿਆ, ਫੈਸਲਾ ਕਰ ਲਿਆ ਵੀ ਅਸੀਂ ਕਰਨਾ ਹੈ ਤੇ ਉਹ ਤੋਂ ਬਾਅਦ ਕਹਿ ਰਹੇ ਅਸੀਂ ਡਿਸਕਸ਼ਨ ਕਰਾਂਗੇ ਜੀ। ਇਹਨੂੰ ਲੋਕਤੰਤਰ ਨਹੀਂ, ਇਹਨੂੰ ਡੰਡਾ ਤੰਤਰ ਕਹਿੰਦੇ ਆ। ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਪੁੱਛਣਾ ਚਾਹਣਾ ਹੈ, ਕਿਹੜੇ ਸੂਬਿਆਂ ਨਾਲ ਕੰਸਲਟ ਕੀਤਾ ਜੀ ਤੁਸੀਂ? ਕਿਹੜੇ ਯੂਟੀਜ਼ ਨਾਲ ਕੰਸਲਟ ਕੀਤਾ? ਕਿਹੜੇ ਪੋਲੀਟੀਕਲ ਪਾਰਟੀਆਂ ਨਾਲ ਕੰਸਲਟ ਕੀਤਾ? ਕਿਹੜੇ ਲੋਕਾਂ ਨਾਲ, ਕਿਹੜੇ ਸਟੇਕ ਹੋਲਡਰਸ ਨਾਲ ਕੰਸਲਟ ਕੀਤਾ? ਗੌਰਵ ਜੀ, ਇਹਦਾ ਮਤਲਬ ਪਤਾ ਕੀ ਹੈ ਜੀ, ਵਨ ਨੇਸ਼ਨ ਵਨ ਇਲੈਕਸ਼ਨ ਦਾ, ਕਿ ਕੋਆਪਰੇਟਿਵ ਫੈਡਰਲਿਜ਼ਮ ਜੋ ਹਿੰਦੁਸਤਾਨ ਹੈ ਉਹਨੂੰ ਖਤਮ ਕਰਨਾ, ਫੈਡਰਲ ਢਾਂਚੇ ਨੂੰ ਅੰਡਰਮਾਈਨ ਕਰਨਾ। ਰੀਜਨਲ ਪਾਰਟੀਆਂ ਮੈਂ ਦੱਸਦਾ ਜਿਹੜੀਆਂ ਸੂਬੇ ਦੀਆਂ ਪਾਰਟੀਆਂ ਨਾ ਉਹ ਇਰਰੈਲੇਵੈਂਟ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਸੂਬਿਆਂ ਦੇ ਜਿਹੜੇ ਮੁੱਦੇ ਹੈ, ਇਸ਼ੂਜ਼ ਹੈ, ਟ੍ਰੈਡੀਸ਼ਨਸ ਹੈ, ਕਲਚਰਸ ਹੈ, ਰੀਜਨਸ ਹੈ, ਰਿਲੀਜਨਸ ਹੈ, ਸਾਰੇ ਅੰਡਰਮਾਈਨ ਹੋ ਜਾਣਗੇ। ਇਸ ਚੀਜ਼ ਕਰਕੇ ਬਹੁਤ ਜ਼ਰੂਰੀ ਹੈ। ਗੌਰਵ ਜੀ ਪਤਾ ਕੀ ਹੈ, ਫਰਜ਼ ਕਰੋ ਭਾਰਤੀ ਜਨਤਾ ਪਾਰਟੀ ਨੇ ਆਪਾਂ ਨੂੰ ਹੁਣ 2014 ਦੇ ਵਿੱਚ ਮੂਰਖ ਬਣਾਇਆ ਕਿ 5-5 ਲੱਖ ਦਵਾਂਗੇ, 2 ਕਰੋੜ ਜੌਬਸ ਇੱਕ ਸਾਲ ਦੀਆਂ ਦਵਾਂਗੇ, ਫਾਰਮਰਸ ਇਨਕਮ ਡਬਲ ਕਰਾਂਗੇ। ਲੋਕਾਂ ਨੇ ਕੀ ਕੀਤਾ, ਜਦੋਂ ਦੇਖਿਆ ਵਾਦਾ ਨਹੀਂ ਡਿਲੀਵਰ ਕੀਤਾ, ਇਹਨਾਂ ਨੂੰ ਸੂਬਿਆਂ ਦੇ ਵਿੱਚ ਹਰਾਉਣ ਲੱਗ ਗਏ ਲੋਕ। ਕਰਨਾਟਕਾ 'ਚ ਵੀ ਹਰਾਇਆ ਇਹਨਾਂ ਨੂੰ, ਹਿਮਾਚਲ 'ਚ ਵੀ ਹਰਾਇਆ, ਹੋਰ ਵੀ ਹਰਾਉਣਗੇ। ਸੋ ਜੇ ਵਨ ਨੇਸ਼ਨ ਵਨ ਇਲੈਕਸ਼ਨ ਹੋਊਗਾ ਤਾਂ ਲੋਕ ਆਪਦਾ ਪੀਸ ਆਫ ਮਾਈਂਡ, ਆਪਦਾ ਕ੍ਰਿਟਿਸਿਜ਼ਮ, ਆਪਦਾ ਫੀਡਬੈਕ ਕਿਵੇਂ ਦੇਣਗੇ? ਮਤਲਬ ਕੀ ਅਕਾਊਂਟੇਬਿਲਿਟੀ ਖਤਮ, ਜਵਾਬਦੇਹੀ ਬਿਲਕੁਲ ਖਤਮ, ਰਿਸਪੌਂਸਿਬਿਲਿਟੀ ਬਿਲਕੁਲ ਖਤਮ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਤਾਂ ਇੱਕ ਆਦਤ ਹੈ ਜੀ, 4.5 ਸਾਲ ਕੰਮ ਕੋਈ ਨਹੀਂ ਕਰਨਾ,
ਕੈਂਪੇਨਿੰਗ ਕਰਨੀ ਤਾਂ ਅਖੀਰਲੇ 6 ਮਹੀਨਿਆਂ 'ਚ ਕੰਮ ਕਰਦੇ ਸੀਗੇ, ਹੁਣ ਉਹ ਵੀ ਬੰਦ ਹੋ ਜਾਊਗਾ ਇਸ ਚੀਜ਼ ਕਰਕੇ। ਆ LPG ਸਿਲੰਡਰ ਦਾ ਉਦਾਹਰਨ ਲੈ ਲਓ, ਆ 4.5 ਸਾਲ ਰੇਟ ਹੋਇਆ ਰਿਹਾ, ਛੱਤ ਤੱਕ ਟੱਚ ਕਰ ਰਿਹਾ ਸੀਗਾ। ਥੋੜੇ ਟਾਈਮ ਪਹਿਲਾਂ ਇਹਨਾਂ ਨੇ ਕੀ ਕੀਤਾ, ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ 200 ਰੁਪਇਆ ਘਟਾਤਾ। ਇਹ ਭਾਰਤੀ ਜਨਤਾ ਪਾਰਟੀ ਦਾ ਮੋਡਸ ਆਪਰੈਂਡਾ ਹੈ। ਹੁਣ ਜ਼ਰੂਰੀ ਗੱਲ ਗੌਰਵ ਜੀ ਇਹ ਹੈ ਜੀ, ਪੈਸਾ ਬਚੂਗਾ। ਪੈਸਾ ਮੈਂ ਪੁੱਛਦਾ ਜੋਸ਼ੀ ਸਾਹਿਬ ਕਿਵੇਂ ਬਚੂਗਾ? ਜੇ ਸਾਈਮਲਟੇਨੀਅਸ ਇਲੈਕਸ਼ਨ ਕਰਾਉਣਾ ਨਾ ਤਾਂ ਤੁਹਾਨੂੰ ਵੀਵੀਪੈਟ ਤੇ EVM ਤੇ 10,000 ਕਰੋੜ ਦਾ ਖਰਚਾ ਕਰਨਾ ਪੈਣਾ ਹੈ। ਕਿ ਉੱਥੇ ਪੈਸੇ ਵਾਲੀ ਆਰਗੂਮੈਂਟ ਤੁਸੀਂ ਦੇ ਸਕਦੇ ਹੋ ਬਚੂਗਾ? ਦੂਜੀ ਗੱਲ ਗੌਰਵ ਜੀ, ਹੁਣ ਮੇਰਾ ਸਵਾਲ ਜੋਸ਼ੀ ਸਾਹਿਬ ਨੂੰ ਹੈ ਕਿ ਜੋਸ਼ੀ ਸਾਹਿਬ, ਜਦੋਂ ਪੰਚਾਇਤ ਨੂੰ ਡਿਸੋਲਵ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਬੀਜੇਪੀ ਨੇ ਗੱਲ ਕਹੀ, ਬੀਜੇਪੀ ਕਹਿੰਦੀ ਤੁਸੀਂ ਟੈਨਿਓਰ ਤੋਂ ਪਹਿਲਾਂ ਕਿਉਂ ਡਿਸੋਲਵ ਕਰਤਾ, ਕਿਉਂ ਭੰਗ ਕਰਤਾ ਪੰਚਾਇਤਾਂ ਨੂੰ? ਸਰਪੰਚਾਂ ਕੋਲੇ 6 ਮਹੀਨੇ ਹੋਰ ਸੀਗੇ। ਹੁਣ ਮੈਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ, ਹੁਣ ਇਹ ਸੂਬੇ ਹੈ ਵੱਖਰੇ ਸੂਬਿਆਂ 'ਚ ਕਿਸੇ ਸਰਕਾਰ ਦਾ ਟੈਨਿਓਰ 1 ਸਾਲ ਦਾ ਹੋਇਆ, ਕਿਤੇ 2 ਸਾਲ ਦਾ ਹੋਇਆ, ਕਿਤੇ 3 ਸਾਲ ਦਾ ਹੋਇਆ। ਹੁਣ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣ ਲਈ ਗੌਰਵ ਜੀ ਇਹਨਾਂ ਨੂੰ ਡਿਸੋਲਵ ਤਾਂ ਕਰਨਾ ਪੈਣਾ, ਤਾਂ ਹੀ ਕਰ ਸਕਣਗੇ, ਨਹੀਂ ਤਾਂ ਕਰ ਨਹੀਂ ਸਕਦੇ। ਸੋ ਜੇ ਡਿਸੋਲਵ ਕਰਦੇ ਆ ਤਾਂ ਪਹਿਲਾਂ ਤਾਂ ਸੰਵਿਧਾਨ ਨੂੰ ਵਾਇਲੇਟ ਕਰਦੇ ਆ, ਲੋਕਾਂ ਦੇ ਵੋਟ ਨੂੰ, ਮਤਦਾਨ ਨੂੰ ਵਾਇਲੇਟ ਕਰਦੇ ਆ, ਟੈਨਿਓਰ ਨੂੰ ਵਾਇਲੇਟ ਕਰਦੇ ਆ ਤੇ ਲੋਕਤੰਤਰ ਨੂੰ ਵਾਇਲੇਟ ਕਰਦੇ ਆ। ਅਗਲੀ ਚੀਜ਼ ਤੁਸੀਂ ਇਹ ਦੇਖੋ ਗੌਰਵ ਜੀ ਕਿ ਜੇ ਕਰੋ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ ਕਿਸੇ ਸੂਬੇ ਦੇ ਵਿੱਚ 6 ਮਹੀਨਿਆਂ ਬਾਅਦ ਸਰਕਾਰ ਬਣਨ ਦੇ ਤੇ ਸਰਕਾਰ ਗਈ ਡਿੱਗ, ਫਿਰ ਇਹ ਕੀ ਪ੍ਰੈਜ਼ੀਡੈਂਟ ਰੂਲ ਲਾ ਕੇ ਰੱਖਣਗੇ 4.5 ਸਾਲਾਂ ਲਈ? 4.5 ਸਾਲ ਬਗੈਰ ਸਰਕਾਰ ਦੇ ਕੀ ਸੂਬਾ ਚੱਲੂਗਾ ਕਿ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਕਰਾਉਣਾ ਹੈ? ਪੋਸੀਬਲ ਨਹੀਂ ਹੈ। ਅਗਲਾ, ਪੰਚਾਇਤ ਤੇ ਮੁਨਸਿਪੈਲਿਟੀ ਸਟੇਟ ਸਬਜੈਕਟ ਦੇ ਵਿੱਚ ਆਉਂਦੇ ਆ, ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ ਕਿ ਜਿਹੜੀ ਚੀਜ਼ ਆਉਂਦੀ ਸਟੇਟ ਇਲੈਕਸ਼ਨ ਕਮਿਸ਼ਨ ਤੇ ਸਟੇਟ ਸਬਜੈਕਟ ਦੇ ਅੰਡਰ ਹੈ, ਉਹਨੂੰ ਤੁਸੀਂ ਕਿਵੇਂ ਛੇੜਛਾੜ ਉਹਦੇ ਨਾਲ ਕਰ ਸਕਦੇ ਹੋ? ਅਗਲੀ ਇਨਫੈਕਟ ਇਹ ਖੜਿਆਲ ਸਾਹਿਬ ਮੈਂ ਵੀ ਪੁਆਇੰਟ ਚੁੱਕੇ ਨੇ ਕਿ ਜੇਕਰ ਸਰਕਾਰ ਡਿੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ? 3 ਸਾਲ 4 ਸਾਲ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਗੱਲ ਇਹ ਕਿ ਕਮੇਟੀ ਬਣਾਈ ਗਈ ਹੈ, ਸ਼ਾਇਦ ਉਹ ਕਮੇਟੀ ਇਹਨਾਂ ਚੀਜ਼ਾਂ ਦੇ ਉੱਤੇ ਸੁਝਾਅ ਕੋਈ ਰੱਖ ਦੇਵੇ ਕਿ ਇਸ ਤਰੀਕੇ ਨਾਲ ਹੋ ਸਕਦਾ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰੀ ਮੈਂ ਟਾਂਡਾ ਸਾਹਿਬ ਦਾ ਰੁਖ ਕਰ ਲਵਾਂ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਟਾਂਡਾ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦਾ ਸਮਰਥਨ ਕਰਦੇ ਨਜ਼ਰ ਆਏ ਨੇ, ਇੱਕ ਦੇਸ਼ ਇੱਕ ਚੋਣ ਦਾ। ਕੀ ਫਾਇਦਾ ਅਕਾਲੀ ਦਲ ਨੂੰ ਨਜ਼ਰ ਆ ਰਿਹਾ ਹੈ ਕਿ ਜੇ ਇੱਕੋ ਸਮੇਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇਸ਼ ਭਰ ਦੇ ਵਿੱਚ ਇਕੱਠੀਆਂ ਹੁੰਦੀਆਂ? ਫਾਇਦਾ ਅਕਾਲੀ ਦਲ ਦੀ ਗੱਲ ਨਹੀਂ ਹੈ ਗੌਰਵ ਜੀ, ਫਾਇਦਾ ਇਹ ਹੈ ਕਿ ਇਲੈਕਸ਼ਨਾਂ ਬਹੁਤ ਐਲੈਬੋਰੇਟ ਤੇ ਬਹੁਤ ਐਕਸਪੈਂਸਿਵ ਹੁੰਦੀਆਂ ਜਾ ਰਹੀਆਂ। ਇਹ ਚਾਹੇ ਕੋਈ ਬੋਲੇ ਜਾਂ ਨਾ ਬੋਲੇ, ਇਹ ਹਾਰਡ। ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ, ਥੋੜਾ ਟੈਕਨੀਕਲ ਇਸ਼ੂ ਲੱਗ ਰਿਹਾ ਕੋਈ ਨੈਟਵਰਕ ਦਾ। ਮੈਂ ਟਾਂਡਾ ਸਾਹਿਬ ਵਾਪਸ ਆਣਾ ਤੁਹਾਡੇ ਕੋਲ, ਹੋਪਫੁਲੀ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੇ। ਜੋਸ਼ੀ, ਛੋਟਾ ਜਿਹਾ ਕਮੈਂਟ ਤੁਹਾਡਾ ਬਹੁਤ ਜ਼ਰੂਰੀ ਹੈ। ਹਾਂ ਦੇਖੋ, ਇਹਨਾਂ ਨੇ ਕਿਹਾ ਜੀ ਫਾਇਦਾ ਦੱਸੋ ਕੀ ਆ। ਇੱਕ ਸਿੰਪਲ ਜੀ ਗੱਲ ਆ, ਜਦੋਂ ਵੀ ਕੋਈ ਬੰਦਾ ਸਰਕਾਰੀ ਮਹਿਕਮਿਆਂ ਵਿੱਚ ਆਪਣਾ ਕੰਮ ਕਰਾਉਣ ਜਾਂਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਹੁੰਦਾ ਵਾ, ਆਚਾਰ ਸੰਹਿਤਾ ਲੱਗ ਜਾਂਦੀ ਬਾਰ-ਬਾਰ। ਹੁਣ ਇਹ ਗੱਲ ਕਰਦੇ ਪਏ ਨੇ ਕਿ ਇਹਦਾ ਫਾਇਦਾ ਦੱਸੋ। ਜਦੋਂ ਬਾਰ-ਬਾਰ ਆਚਾਰ ਸੰਹਿਤਾ ਲੱਗਣੀ ਆ ਤੇ ਲੋਕਾਂ ਦੇ ਕੰਮਕਾਰ ਦੇ ਉੱਤੇ ਮਾੜਾ ਅਸਰ ਪੈਂਦਾ। ਔਰ ਦੂਜੀ ਗੱਲ ਆ ਕਿ ਇਹ ਕਹਿੰਦੇ 10,000 ਕਰੋੜ ਦੀ ਲੱਗਣੀ ਆ EVM ਮਸ਼ੀਨ, ਆ ਲੱਗਣਾ। ਬਈ ਮੇਰੀ ਗੱਲ ਸੁਣੋ, ਇਹ ਅਜੇ ਡਿਸਕਸ਼ਨ ਚੱਲਣੀ ਆ, ਇੱਥੇ ਉੱਤੇ ਬਹਿਸ ਹੋਣੀ ਆ। ਜੇ ਕਮੇਟੀ ਦਾ ਗਠਨ ਹੋ ਗਿਆ ਵਾ, ਉਹਦੇ ਵਿੱਚ ਇਹ ਵੱਖ-ਵੱਖ ਤਰ੍ਹਾਂ ਦੇ ਦੇਖੋ, ਪੂਰਵ ਮਹਾਮਹਿਮ ਰਾਸ਼ਟਰਪਤੀ ਜੀ ਕੋਵਿੰਦ ਜੀ ਇਹਨਾਂ ਨੇ ਬਣਾਏ ਹੋਏ ਨੇ, ਅਧਿਕਸ਼ ਬਣਾਏ ਹੋਏ ਨੇ। ਹੋਰ ਨੀਤੀ ਆਯੋਗ, ਲਾਅ ਕਮਿਸ਼ਨ, ਬੜੇ ਤਰ੍ਹਾਂ ਦੇ ਇਹਦੇ ਵਿੱਚ ਕਮਿਸ਼ਨ ਆਉਣੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਦੇਣੇ ਨੇ। ਇਹ ਕਹਿੰਦੇ ਤੁਸੀਂ ਕਿਹਦੇ ਕੋਲ ਪੁੱਛ ਕੇ ਕੀਤਾ? ਉਹ ਬਈ ਤੁਸੀਂ ਨਾ ਲੋਕਾਂ ਦੇ ਵਿੱਚ, ਤੁਹਾਡੇ ਵਿਰੋਧੀਆਂ ਦਾ ਇਲਜ਼ਾਮ ਇਹ ਹੈ ਕਿ ਤੁਸੀਂ ਨਾ ਗੱਲ ਨਹੀਂ ਕਰਦੇ ਕਿਸੇ ਨਾਲ, ਕਿ ਕਿਸੇ ਪੋਲੀਟੀਕਲ ਪਾਰਟੀ ਆਲ ਪਾਰਟੀ ਮੀਟਿੰਗ ਸੱਦ ਲਈ ਜਾਵੇ, ਉਸ ਤੋਂ ਬਾਅਦ ਕੋਈ ਡਿਸੀਜਨ ਲਿਆ ਜਾਵੇ ਜਾਂ ਸੋਚਿਆ ਜਾਵੇ। ਸਿੱਧਾ ਤੁਸੀਂ ਆ ਕੇ ਦੱਸ ਦਿਓ ਕਿ ਆਹ ਦੇਖੋ ਅਸੀਂ ਕਰ ਦਿੱਤਾ ਜਾਂ ਕਰਨ ਜਾ ਰਹੇ ਹਾਂ। ਸਪੈਸ਼ਲ ਸੈਸ਼ਨ ਨਹੀਂ, ਕੱਲਾ ਬੀਜੇਪੀ ਆਸੇ ਥੋੜੀ ਸੱਦਿਆ ਵਾ। ਕਮੇਟੀ ਤਾਂ ਉਸ ਤੋਂ ਪਹਿਲਾਂ ਹੀ ਬਣਾ ਦਿੱਤੀ। ਮੇਰੀ ਗੱਲ ਸੁਣੋ, ਹੁਣ ਸਰਕਾਰ ਦੇ ਆਪਣੇ ਆਪਣੇ ਕੰਮ ਕਰਨ ਦੇ ਕਾਨੂੰਨ ਕਾਇਦੇ ਜਾਂ ਦੇ ਉਹਨੂੰ ਚੈਲੰਜ ਕਰ ਦੇਣ। ਹੁਣ ਜੇ ਸਾਰਿਆਂ ਨੂੰ ਬੁਲਾਇਆ ਵਾ, ਸਾਰੇ ਦੀ ਗੱਲ, ਅਸੀਂ ਸਾਰਿਆਂ ਦੀ ਗੱਲਾਂ ਸੁਣਦੇ ਆ। ਠੀਕ ਹੈ, ਅਸੀਂ ਐਸਮਾ ਨਹੀਂ ਲਾਉਂਦੇ ਪੰਜਾਬ ਵਾਂਗੂ। ਦੇਖੋ ਜਿਹੜੀ ਐਸਮਾ ਲੱਗੀ ਆ, ਇਹ ਕਹਿੰਦੇ ਨੇ ਕਿ ਸਰ ਮੈਂ ਗੱਲ ਕਰ ਰਿਹਾ ਨਾ, ਦੇਖੋ ਇਦਾਂ ਫਿਰ ਨਾ ਓਵਰਲੈਪਿੰਗ ਹੋਈ ਨਹੀਂ। ਕੀ ਕਰਕੇ ਸਰ ਮੈਂ ਟਾਂਡਾ ਸਾਹਿਬ ਦਾ ਰਿਐਕਸ਼ਨ ਲੈਣਾ। ਮੈਂ ਡਿਬੇਟ ਦਾ ਨਹੀਂ, ਠੀਕ ਹੈ, ਤੁਹਾਡੀ ਗੱਲ ਆ ਗਈ। ਪਾਸੇ ਨਾ ਲਿਆਓ ਨਾ। ਐਸਮਾ ਪਹਿਲੀ ਗਲਤ ਕਰ ਰਹੇ ਹੋ, ਇਹਦਾ ਮਤਲਬ ਤੁਸੀਂ ਗਲਤ ਕਰ ਰਹੇ ਹੋ। ਨਹੀਂ, ਪਹਿਲੀ ਵਾਰੀ ਭਗਵੰਤ ਮਾਨ ਸਾਹਿਬ ਨੇ ਐਸਮਾ ਲੋਕਾਂ ਲਈ ਯੂਜ਼ ਕੀਤਾ, ਕਾਲੇ ਕਾਨੂੰਨ ਬਣਾਏ। ਤੁਸੀਂ ਜਵਾਬ ਦੇ ਲਓ ਸੰਗੇੜਾ ਸਾਹਿਬ, ਥੋੜੀ ਵੇਟ ਕਰਿਓ ਪਲੀਜ਼। ਨਹੀਂ ਦੇਖੋ, ਐਵੇਂ ਚਰਚਾ ਨਹੀਂ ਹੋ ਪਾਏਗੀ, ਆਪਾਂ ਮੁੱਦੇ ਤੋਂ ਭਟਕ ਜਾਂਦੇ ਹਾਂ ਹਰ ਵਾਰੀ। ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ।
are creating disturbance in the debate. नहीं ठीक है जोशी ਤੁਹਾਡਾ point of clear ਹੋ ਗਿਆ ਸਰ 10 seconds ਦੇ ਵਿੱਚ clear ਕਰੋ ਪਲੀਜ਼ ਟਾਂਡਾ ਜੀ ਵੇਟ ਕਰ ਰਹੇ ਨੇ ਬਹੁਤ ਦੇਰ ਦੇ ਵੇਟ ਕਰ ਰਹੇ ਨੇ ਨਹੀਂ ਪਲੀਜ਼ ਜੋਸ਼ੀ ਜੀ 10 seconds ਦੇ ਵਿੱਚ clear ਕਰੋ ਜੋਸ਼ੀ ਜੀ 10 seconds ਤੁਸੀਂ ਆਪਣੀ ਗੱਲ clear ਕਰੋ ਇੱਕ ਦੇਸ਼ ਇੱਕ ਚੋਣ ਦੇ ਉੱਤੇ ਆਪਾਂ ਫੋਕਸ ਕਰ ਰਹੇ ਹਾਂ ਬਸ ਇਹਦੇ ਵਿੱਚ ਇਹ ਇੱਕ ਰਾਸ਼ਟਰੀ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਨਾ ਇਹ ਕਹਿੰਦੇ ਵੱਖ-ਵੱਖ ਸਾਡੇ ਗੁਲਦਸਤੇ ਨੇ ਭਾਈ ਸਾਹਿਬ ਹਿੰਦੁਸਤਾਨ ਤੇ ਇੱਕ ਵਾ ਨਾ नेशन ते एक वा ना भारत कोई भूमि का टुकड़ा नहीं एक जीता जाता राष्ट्र पुरुष है असी कदों क्या ਇਹਦੇ ਵਿੱਚ ਕੋਈ ਗਲਤ ਗੱਲਾਂ ਹੋਣੀਆਂ ਇਹ वंदन की धरती है अभिनंदन की धरती है इसका कंकर कंकर हमारे लिए शंकर है इसकी नदी नदी हमारे लिए गंगा है ਅਸੀਂ ਤੇ ਚੱਲਦੇ